ਤਾਂ ਹੁਣ ਜਿਹੜਾ ਨੈਕਸਟ ਸਾਡਾ ਪੁਆਇੰਟ ਹੈ ਡਾਟਾ ਕਮਿਊਨੀਕੇਸ਼ਨ। ਡਾਟਾ ਕਮਿਊਨੀਕੇਸ਼ਨ ਹੁੰਦਾ ਗਾ ਕਿ ਜਿਹੜਾ ਹੁਣ ਅਸੀਂ ਡਾਟਾ ਇੱਧਰ ਉੱਧਰ ਟਰਾਂਸਫਰ ਕਰ ਰਹੇ ਹਾਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਜੇ ਡਾਟਾ ਅਸੀਂ ਟਰਾਂਸਫਰ ਕਰ ਰਹੇ ਹਾਂ ਤਾਂ ਉਹ ਡਾਟਾ ਕਮਿਊਨੀਕੇਸ਼ਨ ਹੀ ਹੈ। ਤਾਂ ਉਹਦੇ ਨਾਲ ਰਿਲੇਟਡ ਕਿਹੜੇ ਕਿਹੜੇ ਬੇਸਿਕ ਐਲੀਮੈਂਟਸ ਨੇ, ਕਿਹੜੇ ਕਿਹੜੇ ਟਰਮ ਅਸੀਂ ਯੂਜ਼ ਕਰਦੇ ਹਾਂ ਜਦੋਂ ਅਸੀਂ ਕੰਪਿਊਟਰ ਨੈਟਵਰਕਿੰਗ ਦੀ ਜਾਂ ਡਾਟਾ ਕਮਿਊਨੀਕੇਸ਼ਨ ਦੀ ਗੱਲ ਕਰਦੇ ਹਾਂ ਤਾਂ ਅਸੀਂ ਯੂਜ਼ ਕਰਦੇ ਹਾਂ ਨਾ ਵਰਡ ਸੈਂਡਰ, ਰਿਸੀਵਰ ਜਾਂ ਮੀਡੀਅਮ। ਤਾਂ ਇਹ ਕੁਛ ਬੇਸਿਕਸ ਜੇ ਐਲੀਮੈਂਟ ਨੇ। ਤਾਂ ਇਹਨਾਂ ਸਭ ਦਾ ਮੀਨਿੰਗ ਅਸੀਂ ਕਰਦੇ ਹਾਂ ਕਵਰ। ਤਾਂ ਸੈਂਡਰ ਕੀ ਹੋਇਆ? ਜਿਸਨੇ ਮੈਸੇਜ ਸੈਂਡ ਕੀਤਾ, ਜਿਹਨੇ ਮੈਸੇਜ ਕ੍ਰੀਏਟ ਕੀਤਾ, ਸੈਂਡ ਕੀਤਾ, ਉਹ ਸੈਂਡਰ ਹੈ। ਜਿਸ ਦੇ ਕੋਲ ਮੈਸੇਜ ਪਹੁੰਚਿਆ ਉਹ ਰਿਸੀਵਰ ਜਾਂ ਡੈਸਟੀਨੇਸ਼ਨ ਜਾਂ ਸ਼ਿੰਕ ਵੀ ਅਸੀਂ ਬੋਲਦੇ ਹਾਂ ਉਸਨੂੰ, ਉਹ ਹੈ। ਅਤੇ ਜਿਸ ਮੀਡੀਅਮ ਦੇ ਥਰੂ, ਮੀਡੀਅਮ ਇਨ ਦਾ ਸੈਂਸ ਕੋਈ ਵਾਇਰ ਹੈ, ਜੇ ਤੁਸੀਂ ਵਾਇਰ ਦੇ ਥਰੂ ਸੈਂਡ ਕਰ ਰਹੇ ਹੋ, ਜਾਂ ਕੋਈ ਤੁਹਾਡੀ ਕੋਈ ਸੈਟੇਲਾਈਟ ਹੈ, ਕੁਛ ਐਂਟੀਨਾਜ਼ ਨੇ, ਜਿਸ ਵੀ ਚੈਨਲ ਦੇ ਥਰੂ ਤੁਸੀਂ ਡਾਟਾ ਸੈਂਡ ਕਰ ਰਹੇ ਹੋ ਉਸਨੂੰ ਅਸੀਂ ਬੋਲਦੇ ਹਾਂ ਮੀਡੀਅਮ। ਇਸ ਦੇ ਨਾਲ ਜਿਹੜੇ ਸਾਡੇ ਮੇਨ ਕਨਸੈਪਟ ਬਣ ਰਹੇ ਨੇ, ਪਹਿਲਾਂ ਮੈਸੇਜ ਓਬਵੀਅਸ ਹੈ ਕਿ ਤੁਹਾਡੇ ਮੈਸੇਜ ਕੀ ਹੈ, ਇੱਕ ਡਾਟਾ ਜਾਂ ਇਨਫੋਰਮੇਸ਼ਨ ਹੀ ਹੈ ਨਾ ਜੋ ਅਸੀਂ ਸੈਂਡ ਕਰਨੀ ਹੈ। ਉਸ ਦੇ ਵਿੱਚ ਟੈਕਸਟ, ਨੰਬਰ, ਪਿਕਚਰ, ਸਾਊਂਡ, ਵੀਡੀਓ ਕੁਛ ਵੀ ਹੋ ਸਕਦਾ। ਤਾਂ ਉਹ ਸਾਡਾ ਹੋ ਗਿਆ ਮੈਸੇਜ ਸੈਂਡ। ਉਹ ਜਿਹੜੇ ਨੇ ਕਿ ਸੈਂਡ ਕੀਤਾ ਉਹ ਕੰਪਿਊਟਰ ਜਾਂ ਉਹ ਡਿਵਾਈਸ ਜੋ ਮੈਸੇਜ ਸੈਂਡ ਕਰੇ, ਹਮੇਸ਼ਾ ਕੰਪਿਊਟਰ ਮੰਨ ਕੇ ਨਾ ਚੱਲੋ। ਇੱਕ ਗੱਲ ਕਲੀਅਰ ਕਰਦੇ ਹਾਂ ਬੇਟਾ, ਹਮੇਸ਼ਾ ਕੰਪਿਊਟਰ ਨਾ ਮੰਨੋ। ਕੰਪਿਊਟਰ ਦੀ ਜ਼ਰੂਰਤ ਨਹੀਂ, ਨੈਟਵਰਕ ਕੰਪਿਊਟਰਸ ਦੇ ਵਿੱਚ ਹੀ ਹੁੰਦਾ। ਇੱਕ ਮੋਬਾਈਲ ਫੋਨ ਤੋਂ ਮੈਂ ਦੂਸਰੇ ਮੋਬਾਈਲ ਫੋਨ 'ਤੇ ਵੀਡੀਓ ਕਾਲ ਕਰ ਰਹੀ ਹਾਂ ਜਾਂ ਮੈਂ ਵਟਸਐਪ ਦੇ ਥਰੂ ਮੈਸੇਜ ਸੈਂਡ ਕਰ ਰਹੀ ਹਾਂ, ਕਿ ਇਹ ਵੀ ਨੈਟਵਰਕਿੰਗ ਨਹੀਂ? ਇਹ ਵੀ ਨੈਟਵਰਕਿੰਗ ਹੈ। ਤਾਂ ਹੀ ਇੱਕ ਵਰਡ ਮੈਂ ਹਮੇਸ਼ਾ ਡਿਵਾਈਸ ਯੂਜ਼ ਕਰਦੀ ਹਾਂ, ਇਕੱਲਾ ਕੰਪਿਊਟਰ ਵਰਡ ਨਹੀਂ। ਤਾਂ ਸੈਂਟਰ ਕੋਈ ਵੀ ਤੁਹਾਡਾ ਡਿਵਾਈਸ ਜਾਂ ਕੰਪਿਊਟਰ ਹੋ ਸਕਦਾ ਜੋ ਮੈਸੇਜ ਸੈਂਡ ਕਰਦਾ। ਰਿਸੀਵਰ ਜਾਂ ਤੁਹਾਡਾ ਡੈਸਟੀਨੇਸ਼ਨ ਉਹ ਕੰਪਿਊਟਰ ਹੈ ਜਾਂ ਉਹ ਡਿਵਾਈਸ ਹੈ ਜਿਹੜਾ ਉਸ ਮੈਸੇਜ ਨੂੰ ਰਿਸੀਵ ਕਰੂਗਾ। ਅਤੇ ਮੀਡੀਅਮ ਜਿਸ ਚੈਨਲ, ਜਿਸ ਪਾਥ ਦੇ ਥਰੂ ਅਸੀਂ ਡਾਟਾ ਸੈਂਡ ਕਰ ਰਹੇ ਹਾਂ, ਜਿਵੇਂ ਵਾਇਰ ਦੇ ਵਿੱਚ ਤਾਂ ਹੋ ਗਿਆ ਟਵਿਸਟਡ ਪੇਅਰ ਕੇਬਲ, ਕੋਐਕਸੀਅਲ, ਫਾਈਬਰ, ਇਹ ਤੁਸੀਂ ਕਿਤਨੀਆਂ ਹੋਣਗੀਆਂ ਵਾਇਰ ਦੀਆਂ ਟਾਈਪਸ। ਜਾਂ ਵਾਇਰਲੈਸ ਦੇ ਵਿੱਚ ਜਿਵੇਂ ਰੇਡੀਓ ਵੇਵਸ, ਮਾਈਕਰੋਵੇਵਸ, ਲੇਜ਼ਰ ਹੋ ਗਿਆ, ਇਹ ਸਾਰੇ ਤਰੀਕੇ ਕਲੀਅਰ। ਤਾਂ ਉਹ ਤੁਹਾਡਾ ਹੁੰਦਾ ਮੀਡੀਅਮ। ਨੈਕਸਟ ਸਾਡੇ ਕੋਲ ਆਉਂਦਾ ਡਾਟਾ ਟਰਾਂਸਮਿਸ਼ਨ। ਅਤੇ ਡਾਟਾ ਟਰਾਂਸਮਿਸ਼ਨ ਦੇ ਮੋਡ ਕਿਹੜੇ ਕਿਹੜੇ ਨੇ? ਹੁਣ ਡਾਟਾ ਟਰਾਂਸਮਿਸ਼ਨ ਹੋਰ ਕੁਛ ਨਹੀਂ, ਡਾਟਾ ਟਰਾਂਸਮਿਸ਼ਨ ਜਦੋਂ ਡਾਟਾ ਟਰਾਂਸਫਰ ਹੋਇਆ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ, ਉਹ ਕੀ ਖਵਾਇਆ? ਡਾਟਾ ਟਰਾਂਸਮਿਸ਼ਨ। ਠੀਕ ਹੈ। ਅਤੇ ਡਾਟਾ ਟਰਾਂਸਮਿਸ਼ਨ ਦੀ ਅਸੀਂ ਜੇਕਰ ਸਪੀਡ ਦੀ ਗੱਲ ਕਰੀਏ, ਓਬਵੀਅਸ ਅਸੀਂ ਸਪੀਡ ਮਾਪਦੇ ਹਾਂ ਨਾ, ਜਿਵੇਂ ਕਿ ਅਸੀਂ ਗੱਡੀ ਦੀ ਸਪੀਡ ਮਾਪਦੇ ਹਾਂ ਕਿ ਉਹ ਕਿੰਨੇ ਕਿਲੋਮੀਟਰ ਚੱਲ ਰਹੀ ਹੈ ਪਰ ਮਿੰਟ, ਪਰ ਸੈਕਿੰਡ ਜਾਂ ਪਰ ਆਰ, ਹੈ ਨਾ। ਇੱਦਾਂ ਹੀ ਬੇਟਾ ਅਸੀਂ ਜੇ ਡਾਟਾ ਟਰਾਂਸਮਿਸ਼ਨ ਕਰ ਰਹੇ ਹਾਂ ਤਾਂ ਓਬਵੀਅਸ ਅਸੀਂ ਉਸਦੀ ਸਪੀਡ ਨਾਪਾਂਗੇ ਨਾ। ਤਾਂ ਉਹਨੂੰ ਡਾਟਾ ਟਰਾਂਸਮਿਸ਼ਨ ਸਪੀਡ ਜਾਂ ਡਾਟਾ ਟਰਾਂਸਫਰ ਰੇਟ ਕਿਹਾ ਜਾਂਦਾ, ਜਿਹੜਾ ਕਿ ਜ਼ਿਆਦਾਤਰ ਮੈਗਾਬਿਟਸ ਦੇ ਵਿੱਚ ਹੁੰਦਾ। ਮਤਲਬ ਕਿ 1 ਸੈਕਿੰਡ ਦੇ ਵਿੱਚ ਉਹ ਕਿੰਨੇ ਮੈਗਾਬਿਟਸ ਜਾਂ ਮੈਗਾਬਾਈਟਸ ਸੈਂਡ ਕਰਨ ਦੇ ਕੈਪੇਬਲ ਹੈ, ਉਸ ਨੂੰ ਅਸੀਂ ਐਮਬੀਪੀਐਸ ਬੋਲਦੇ ਹਾਂ। ਇੱਥੇ ਛੋਟੀ ਵੀ ਹੈ ਤਾਂ ਬਿਟਸ, ਵੱਡੀ ਵੀ ਹੈ ਤਾਂ ਬਾਈਟਸ। ਕਲੀਅਰ। ਡਾਟਾ ਟਰਾਂਸਮਿਸ਼ਨ ਮੋਡ, ਹੁਣ 3 ਤਰ੍ਹਾਂ ਦੇ ਮੋਡ ਦੇਖੋ ਤੁਸੀਂ ਆਲਰੇਡੀ ਨੈਟਵਰਕਿੰਗ 'ਚ ਪੜ੍ਹੇ ਵੀ ਨੇ, ਬਹੁਤ ਈਜ਼ੀ ਨੇ ਕਿ ਕਿਹੜੇ ਕਿਹੜੇ ਤਰੀਕੇ ਨੇ ਡਾਟਾ ਨੂੰ ਟਰਾਂਸਮਿਟ ਕਰਨ ਦੇ। ਇੱਕ ਤਾਂ ਹੈ ਸਿੰਪਲੈਕਸ, ਹਾਫ ਡੁਪਲੈਕਸ ਅਤੇ ਫੁੱਲ ਡੁਪਲੈਕਸ। ਤਿੰਨਾਂ ਦਾ ਥੋੜ੍ਹਾ ਵਰਕਿੰਗ ਦੇ ਵਿੱਚ ਡਿਫਰੈਂਸ ਹੈ। ਤਾਂ ਕੀ ਵਰਕਿੰਗ ਹੈ? ਸਿੰਪਲੈਕਸ ਮੋਡ ਉਹ ਹੈ ਜਿਸ ਦੇ ਵਿੱਚ ਸਿਰਫ ਇੱਕ ਹੀ ਡਾਇਰੈਕਸ਼ਨ ਦੇ ਵਿੱਚ ਡਾਟਾ ਜਾਊਗਾ। ਠੀਕ ਹੈ, ਇੱਕ ਸਾਈਡ ਹੀ ਭੇਜੂਗੇ, ਵਾਪਸ ਦੂਸਰੀ ਸਾਈਡ ਉਹ ਡਾਟਾ ਨਹੀਂ ਆਊਗਾ ਉਸ ਚੈਨਲ ਦੇ ਥਰੂ। ਤਾਂ ਐਗਜ਼ਾਮਪਲ ਇਸ ਦੀ ਹੈ ਟੀਵੀ ਤੇ ਰਿਮੋਟ ਕੰਟਰੋਲ ਦੀ। ਤੁਸੀਂ ਐਗਜ਼ਾਮਪਲ ਲਓ, ਆਪਾਂ ਟੀਵੀ ਦੇਖ ਰਹੇ ਹਾਂ ਤੇ ਤੁਹਾਡੇ ਹੱਥ 'ਚ ਰਿਮੋਟ ਕੰਟਰੋਲ ਹੈ, ਸਿਗਨਲ ਟੀਵੀ ਵੱਲ ਆ ਰਿਹਾ, ਬਟ ਕੀ ਟੀਵੀ ਤੋਂ ਕੁਛ ਰਿਮੋਟ ਵੱਲ ਆ ਰਿਹਾ ਨਹੀਂ। ਕਲੀਅਰ। ਇਹ ਵਨ ਡਾਇਰੈਕਸ਼ਨਲ ਹੀ ਹੈ ਨਾ। ਜਾਂ ਇੱਦਾਂ ਹੀ ਦੇਖੋ, ਆਪਾਂ ਟੀਵੀ ਵਾਚ ਕਰ ਰਹੇ ਹਾਂ, ਠੀਕ ਹੈ, ਤਾਂ ਉੱਧਰੋਂ ਕੇਬਲ ਤੋਂ ਆਪਣੇ ਟੀਵੀ ਤੱਕ ਤਾਂ ਆ ਰਿਹਾ ਡਾਟਾ, ਕਿ ਆਪਣੇ ਤੋਂ ਵੀ ਕੇਬਲ ਵੱਲ ਜਾ ਰਹੀ ਹੈ ਚੀਜ਼? ਨਹੀਂ, ਆਪਾਂ ਸਿਰਫ ਉਸ ਚੀਜ਼ ਨੂੰ ਉੱਦਾਂ ਹੀ ਦੇਖਦੇ ਹਾਂ। ਤਾਂ ਜਦੋਂ ਚੀਜ਼ ਵਨ ਵੇ ਹੈ ਨਾ, ਉਸਨੂੰ ਸਿੰਪਲੈਕਸ ਬੋਲਿਆ ਜਾਊ ਕਿ ਇੱਕ ਹੀ ਡਾਇਰੈਕਸ਼ਨ ਦੇ ਵਿੱਚ ਹੋਊਗਾ, ਦੂਸਰੀ ਡਾਇਰੈਕਸ਼ਨ 'ਚ ਹੋ ਹੀ ਨਹੀਂ ਸਕਦਾ। ਤਾਂ ਉਹ ਯੂਨੀ ਡਾਇਰੈਕਸ਼ਨਲ ਹੈ। ਇਹਨੂੰ ਵਨ ਵੇ ਸਟਰੀਟ ਮੰਨ ਕੇ ਜਾ ਸਕਦੇ ਹਾਂ ਕਿ ਅਸੀਂ ਸਿਰਫ ਇੱਧਰੋਂ ਜਾਣ ਦਾ ਹੀ ਰਸਤਾ, ਦੂਜੇ ਪਾਸੇ ਆਉਣ ਦਾ ਰਸਤਾ ਨਹੀਂ ਗਿਆ। ਜਿਵੇਂ ਰੇਡੀਓ, ਟੀਵੀ ਟਰਾਂਸਮਿਸ਼ਨ, ਇਹ ਐਗਜ਼ਾਮਪਲ ਹੈ। ਤਾਂ ਕੰਪਿਊਟਰ ਸਿਸਟਮ ਦੀ ਗੱਲ ਕਰੀਏ ਤਾਂ ਕੀਬੋਰਡ, ਮੋਨੀਟਰ, ਪ੍ਰਿੰਟਰ, ਇਹ ਐਗਜ਼ਾਮਪਲਸ ਨੇ। ਕਦੇ ਪ੍ਰਿੰਟਰ ਤੋਂ ਵਾਪਸ ਆਇਆ ਕਿ ਕੰਪਿਊਟਰ ਤੱਕ ਡਾਟਾ ਨਹੀਂ। ਤਾਂ ਇਹ ਸਾਰੇ ਨੇ ਤੁਹਾਡੇ ਸਿੰਪਲੈਕਸ ਮੋਡ ਦੇ ਐਗਜ਼ਾਮਪਲਸ। ਓਕੇ। ਦੈਨ ਹਾਫ ਡੁਪਲੈਕਸ ਉਹ ਹੈ ਜਿਹੜਾ ਕਿ ਕੈਪੇਬਲ ਤਾਂ ਹੈ ਦੋਨੋਂ ਡਾਇਰੈਕਸ਼ਨ ਦੇ ਵਿੱਚ ਸੈਂਡ ਕਰਨ ਦਾ, ਬਟ ਇੱਕ ਟਾਈਮ 'ਤੇ ਸਿਰਫ ਇੱਕ ਹੀ ਡਾਇਰੈਕਸ਼ਨ ਦੇ ਵਿੱਚ ਕਰੂਗਾ। ਕਰ ਬੋਥ ਡਾਇਰੈਕਸ਼ਨ ਦੇ ਵਿੱਚ ਸਕਦਾ, ਬਟ ਐਟ ਅ ਟਾਈਮ ਉਹ ਕਿਸੇ ਇੱਕ ਡਾਇਰੈਕਸ਼ਨ ਦੇ ਵਿੱਚ ਭੇਜਣ ਦੇ ਹੀ ਕੈਪੇਬਲ ਹੈ। ਉਸ ਨੂੰ ਅਸੀਂ ਹਾਫ ਡੁਪਲੈਕਸ ਬੋਲਦੇ। ਦੀ ਬੈਸਟ ਐਗਜ਼ਾਮਪਲ ਹੈ ਵਾਕੀ ਟਾਕੀ। ਜੇ ਆਪਾਂ ਮੂਵੀ ਦੇਖਦੇ ਹਾਂ ਤਾਂ ਉਸ ਦੇ ਵਿੱਚ ਸੁਣਿਆ ਹੋਊਗਾ ਨਾ, ਜਦੋਂ ਕੋਈ ਫੌਜੀ ਆਪਸ ਦੇ ਵਿੱਚ ਗੱਲ ਕਰਦੇ ਦਿਖਾਉਂਦੇ ਆ, ਅਤੇ ਇਹਨੇ ਕੁਛ ਮੈਸੇਜ ਬੋਲਿਆ ਓਵਰ ਕਿਆ, ਇਹਨੇ ਕੁਛ ਮੈਸੇਜ ਬੋਲਿਆ ਓਵਰ ਕਿਆ, ਅਤੇ ਇੱਕ ਟਾਈਮ 'ਤੇ ਜਿਹੜੀ ਹੈਗੀ ਹੈ ਇਹ ਚੀਜ਼ਾਂ ਦੇ ਵਿੱਚ ਡਾਟਾ ਇੱਕ ਸਾਈਡ ਹੀ ਸੈਂਡ ਹੁੰਦਾ
ਤਾਂ ਉਸ ਨੂੰ ਅਸੀਂ ਬੋਲਦੇ ਹਾਂ ਹਾਫ ਡੁਪਲੈਕਸ। ਨੈਕਸਟ ਬੇਟਾ ਥਰਡ ਜਿਹੜੀ ਤੁਹਾਡੀ ਐਗਜ਼ਾਮਪਲ ਹੈ ਫੁੱਲ ਡੁਪਲੈਕਸ, ਯਾਨੀ ਕਿ ਜਿਹੜਾ ਤੁਹਾਡਾ ਕਮਿਊਨੀਕੇਸ਼ਨ ਹੈ ਉਹ ਦੋਨੋਂ ਡਾਇਰੈਕਸ਼ਨ ਦੇ ਵਿੱਚ ਹੋ ਸਕਦਾ ਐਂਡ ਐਟ ਅ ਸੇਮ ਟਾਈਮ। ਆਪਾਂ ਫੋਨ 'ਤੇ ਗੱਲ ਕਰ ਰਹੇ ਹਾਂ ਨਾ, ਤਾਂ ਦੋਨੋਂ ਸਾਈਡ ਤਾਂ ਆਪਾਂ ਦੋਨੇ ਬੰਦੇ ਬੋਲ ਵੀ ਰਹੇ ਹਾਂ ਅਤੇ ਦੋਨਾਂ ਦੀ ਗੱਲਬਾਤ ਆਪਸ 'ਚ ਆਉਂਦੀ ਜਾਂਦੀ ਰਹਿੰਦੀ ਹੈ। ਤਾਂ ਉਹ ਜਿਹੜੀ ਤੁਹਾਡੀ ਐਗਜ਼ਾਮਪਲ ਹੈ ਉਹ ਐਗਜ਼ਾਮਪਲ ਹੈ ਤੁਹਾਡੀ ਫੁੱਲ ਡੁਪਲੈਕਸ ਦੀ। ਤਾਂ ਕੁਛ ਡਿਫਰੈਂਸ ਤੁਸੀਂ ਇੱਥੇ ਲਿਖੇ ਹੋਏ ਨੇ ਜੋ ਤੁਸੀਂ ਰੀਡ ਕਰੋਗੇ ਕੀ ਡਿਫਰੈਂਸ ਨੇ ਬੇਸਿਕ। ਤਾਂ ਇਸ ਤੋਂ ਬਾਅਦ ਤੁਹਾਡੇ ਆਉਂਦੀਆਂ ਨੇ ਨੈਟਵਰਕ ਦੀਆਂ ਟਾਈਪਸ, ਦੈਟ ਵਾਜ਼ ਆਲਰੇਡੀ ਕਵਰਡ ਇਨ CN। ਕਲੀਅਰ। ਤਾਂ ਆਪਾਂ ਡਿਟੇਲ ਦੇ ਵਿੱਚ ਗੱਲ ਨਾ ਕਰਕੇ ਮੇਨ ਹੀ ਕਵਰ ਕਰਾਂਗੇ। ਤਾਂ 3 ਤਰ੍ਹਾਂ ਦੇ ਨੈਟਵਰਕ ਟਾਈਪ ਹੁੰਦੀਆਂ, ਲੈਨ, ਮੈਨ, ਵੈਨ। ਜੇ ਅਸੀਂ ਇਸ ਨੂੰ ਇੰਕਰੀਜ਼ਿੰਗ ਆਰਡਰ 'ਚ ਲਾਈਏ ਤਾਂ ਉਹ ਇੱਦਾਂ ਹੀ ਹੋਊਗਾ, ਸਭ ਤੋਂ ਛੋਟਾ ਲੈਨ, ਦੈਨ ਮੈਨ, ਦੈਨ ਵੈਨ। ਕਲੀਅਰ। ਤਾਂ ਲੋਕਲ ਏਰੀਆ ਨੈਟਵਰਕ ਲੈਨ ਦੀ ਫੁੱਲ ਫਾਰਮ ਹੈ ਜਿਸ ਦੇ ਵਿੱਚ ਕਿ ਇੱਕ ਬੜਾ ਹੀ ਸਮੋਲ ਜਿਹਾ ਜਿਓਗ੍ਰਾਫੀਕਲ ਏਰੀਆ ਲਿਆ ਜਾਂਦਾ, ਬਸ ਜਸਟ ਅਪ ਟੂ ਕਿਲੋਮੀਟਰਸ, ਜਿਵੇਂ 50 ਕਿਲੋਮੀਟਰ ਦਾ ਏਰੀਆ ਹੱਦ ਦੇ ਕਵਰ ਕਰ ਸਕਦਾ, ਇਸ ਤੋਂ ਵੱਡਾ ਨਹੀਂ। ਤਾਂ ਓਬੀਅਸਲੀ ਇੱਕ ਆਫਿਸ ਦੇ ਜਾਂ ਇੱਕ ਬਿਲਡਿੰਗ ਦੇ, ਇੱਕ ਕੈਂਪਸ ਦੇ ਜੇਕਰ ਡਿਵਾਈਸਿਸ ਆਪਸ ਦੇ ਵਿੱਚ ਕਨੈਕਟਡ ਨੇ ਤਾਂ ਉਹ ਲੈਨ ਅਖਵਾਊਗਾ। ਅੱਛਾ, ਇੱਥੇ ਇੱਕ ਗੱਲ ਯਾਦ ਰੱਖੋ, ਆਪਸ ਦੇ ਵਿੱਚ ਕਹਿ ਰਹੀ ਹਾਂ ਮੈਂ, ਜ਼ਰੂਰੀ ਨਹੀਂ ਹੈ ਕਿ ਉਹ ਇੰਟਰਨੈਟ ਨਾਲ ਵੀ ਕਨੈਕਟਡ ਹੀ ਹੋਣ। ਕਰਨੇ ਆ ਕਰੋ, ਅਦਰਵਾਈਜ਼ ਨਹੀਂ ਕਰਨੇ ਤਾਂ ਵੀ ਨਾ ਕਰੋ। ਡਿਵਾਈਸਿਸ ਇਕੱਲਾ ਆਪਸ 'ਚ ਵੀ ਤਾਂ ਕਮਿਊਨੀਕੇਟ ਹੋ ਸਕਦੇ ਕਿ ਦੋਨੇ ਇੱਕ ਦੂਜੇ ਨੂੰ ਮੈਸੇਜ ਸੈਂਡ ਕਰ ਸਕਦੇ ਆ, ਬਾਹਰ ਨਹੀਂ। ਕਲੀਅਰ। ਤਾਂ ਜੇਕਰ ਸਮੋਲ ਜਿਓਗ੍ਰਾਫੀਕਲ ਏਰੀਆ ਜਿਵੇਂ ਬਿਲਡਿੰਗ ਹੋ ਗਿਆ, ਕੋਈ ਕਾਲਜ ਹੋ ਗਿਆ, ਯੂਨੀਵਰਸਿਟੀ ਹੋ ਗਈ, ਉਸ ਦੇ ਡਿਵਾਈਸਿਸ ਆਪਸ ਦੇ ਵਿੱਚ ਕਨੈਕਟਡ ਨੇ ਮੈਂ 50 ਗਲਤ ਬੋਲ ਗਈ ਬੇਟਾ, ਅਪ ਟੂ 5 to 6 ਕਿਲੋਮੀਟਰਸ ਤੱਕ ਦਾ ਜੇ ਏਰੀਆ ਤਾਂ ਉਸ ਨੂੰ ਅਸੀਂ ਲੈਨ ਬੋਲਦੇ ਹੈਗੇ। ਤਾਂ ਇਸ ਦੇ ਵਿੱਚ ਜਿਹੜੇ ਡਿਵਾਈਸਿਸ ਨੇ ਆਪਸ 'ਚ ਇਨਫੋਰਮੇਸ਼ਨ ਜਾਂ ਰਿਸੋਰਸਿਸ ਨੂੰ ਸ਼ੇਅਰ ਕਰ ਸਕਦੇ ਨੇ। ਤਾਂ ਇਸ ਦੇ ਵਿੱਚ ਜਿਹੜਾ ਮੀਡੀਅਮ ਯੂਜ਼ ਕੀਤਾ ਜਾਊਗਾ ਡਾਟਾ ਟਰਾਂਸਫਰ ਦਾ, ਉਹ ਓਬੀਅਸ ਵਾਇਰਡ ਹੋਊਗਾ, ਜਿਵੇਂ ਟਵਿਸਟਡ ਪੇਅਰ ਕੇਬਲ ਹੋ ਗਈ, ਕੋਐਕਸੀਕਲ ਹੋ ਗਈ, ਫਾਈਬਰ ਆਪਟਿਕਸ ਹੋ ਗਈ। ਜ਼ਿਆਦਾਤਰ ਇਸ ਦੇ ਵਿੱਚ ਵਾਇਰਸ ਦੇ ਥਰੂ ਹੀ ਡਾਟਾ ਨੂੰ ਤੁਹਾਡੇ ਡਿਵਾਈਸਿਸ ਨੂੰ ਆਪਸ ਦੇ ਵਿੱਚ ਕਨੈਕਟ ਕੀਤਾ ਜਾਂਦਾ ਗਾ। ਤਾਂ ਓਬੀਅਸਲੀ ਇਜ਼ੀ ਟੂ ਇੰਸਟਾਲ ਹੈ, ਇਸ ਦੀ ਸਪੀਡ ਵੀ ਅੱਛੀ ਰਹੂਗੀ ਕਿਉਂਕਿ ਕੋਈ ਬਹੁਤੀ ਡਿਸਟਰਬੈਂਸ ਤਾਂ ਹੈ ਨਹੀਂ ਗੀ। ਇਸ ਦੇ ਵਿੱਚ ਇਨ ਕੇਸ ਕੋਈ ਪ੍ਰੋਬਲਮ ਹੁੰਦੀ ਹੈ ਤੁਸੀਂ ਉਸ ਪ੍ਰੋਬਲਮ ਨੂੰ ਵੀ ਬਹੁਤ ਈਜ਼ੀਲੀ ਰਿਜ਼ੋਲਵ ਕਰ ਸਕਦੇ ਹੋ। ਅਤੇ ਇਸ ਦੇ ਵਿੱਚ ਮੇਨ ਇੱਕ ਸੈਂਟਰਲ ਡਿਵਾਈਸ ਹੱਬ ਯੂਜ਼ ਕੀਤਾ ਜਾਂਦਾ। ਹੱਬ ਦਾ ਕੀ ਕੰਮ ਹੈ ਕਿ ਇੱਕ ਤਰ੍ਹਾਂ ਨਾਲ ਕਰੋ, ਇਹ ਡਿਵਾਈਸ ਹੀ ਤੁਹਾਡਾ ਇੰਟਰਨੈਟ ਸੰਭਾਲੂਗਾ, ਨੈਟਵਰਕ ਸੰਭਾਲੂਗਾ। ਤਾਂ ਇੱਕ ਡਿਵਾਈਸ ਦੂਸਰਾ ਡਿਵਾਈਸ, ਇਹਦੇ ਉੱਪਰ ਨਾ ਪੋਰਟ ਤਾਂ ਸਮਝਦੇ ਨਾ, ਜਿਵੇਂ ਆਪਾਂ ਲੀਡ ਲਗਾਉਣੀ ਕਿਸੇ ਚੀਜ਼ ਦੀ, ਹੋਲ ਕਹਿ ਲਓ ਹੈ ਨਾ, ਜਿੱਥੇ ਆ ਕਿ ਇਹਦੀ ਵਾਇਰ ਨਾਲ ਅਟੈਚ ਹੋਊਗੀ ਤਾਂ ਉਹ ਅਸੀਂ ਪੋਰਟ ਹੈ। ਠੀਕ ਹੈ, ਜਿੰਨੇ ਕੁ ਇਹਦੇ ਉੱਪਰ ਪੋਰਟ ਹੋਣਗੇ ਉਨੇ ਕੁ ਡਿਵਾਈਸਿਸ ਇਹਦੇ ਨਾਲ ਕਨੈਕਟ ਹੋ ਜਾਣਗੇ। ਤਾਂ ਇਹੀ ਜਿਹੜਾ ਹੈ ਨੈਟਵਰਕਿੰਗ ਦਾ ਕੰਮ ਸੰਭਾਲੂਗਾ। ਜਿਵੇਂ ਇਹ ਆਪਣੇ ਕੋਲ ਸਪੋਜ਼ ਕਰੋ 4 ਡਿਵਾਈਸਿਸ ਨੇ ਅਤੇ ਚਾਰੇ ਡਿਵਾਈਸਿਸ ਹੱਬ ਦੇ ਥਰੂ ਆਪਸ 'ਚ ਕਨੈਕਟਡ ਨੇ। ਇਹ ਨੇ ਜੇਕਰ C ਨੂੰ ਡਾਟਾ ਸੈਂਡ ਕਰਨਾ ਤਾਂ ਇਹ ਪਹਿਲਾਂ ਹੱਬ ਤੇ ਹੱਬ ਤੋਂ C 'ਤੇ ਡਾਟਾ ਜਿਹੜਾ ਹੈ ਉਹ ਟਰਾਂਸਮਿਟ ਹੋਊਗਾ। ਬਟ ਸਾਈਜ਼ ਛੋਟਾ ਹੋਣ ਦੇ ਕਾਰਨ ਇਸ ਦੀ ਜਿਹੜੀ ਸਪੀਡ ਆ ਉਹ ਅੱਛੀ ਬਣੀ ਰਹੂਗੀ। ਅਤੇ ਇਸ ਵਿੱਚ ਹਾਈ ਸਪੀਡ ਡਾਟਾ ਟਰਾਂਸਮਿਸ਼ਨ ਹੋਈ ਜਾਊਗਾ। ਕਲੀਅਰ। ਇੱਕ ਗੱਲ ਹੋਰ, ਇਸ ਦੇ ਵਿੱਚ ਅਲੱਗ-ਅਲੱਗ ਟਪੋਲੋਜੀਜ਼ ਹੋਰ ਕੁਛ ਨਹੀਂ ਹੈ ਬੇਟਾ, ਜਸਟ ਕੰਪਿਊਟਰਸ ਨੂੰ ਕਿਸ ਤਰੀਕੇ ਦੇ ਵਿੱਚ ਤੁਸੀਂ ਅਰੇਂਜ ਕਰ ਰਹੇ ਹੋ। ਇੱਕ ਤਾਂ ਦੇਖੋ ਇਹ ਮੈਥਡ ਹੈ ਕਿ ਮੈਂ ਇੱਕ ਵਾਇਰ ਲਗਾਈ ਮੇਨ, ਉਹਦੇ ਨਾਲ ਸਭ ਨੂੰ ਕਨੈਕਸ਼ਨ ਦਿੱਤਾ, ਤਾਂ ਇਹ ਬਸ ਟਪੋਲੋਜੀ ਹੋ ਗਈ ਹੈ ਨਾ। ਇੱਕ ਹੈ ਕਿ ਮੈਂ ਆਪਸ 'ਚ ਇੱਕ ਦੂਜੇ ਤੋਂ ਥਰੂ ਹੋ ਕੇ ਐਵੇਂ ਵਾਇਰ ਘੁਮਾਤੀ, ਇਹ ਰਿੰਗ ਟਪੋਲੋਜੀ ਹੋ ਗਈ। ਜੇਕਰ ਮੈਂ ਹੱਬ ਵਿੱਚ ਲਗਾ ਕੇ ਸਾਰੇ ਇਸ ਦੇ ਪੋਰਟ ਨਾਲ ਅਟੈਚ ਕਰਤੇ ਪੀਸਿਸ, ਠੀਕ ਹੈ, ਤਾਂ ਇਹ ਮੇਰੀ ਸਟਾਰ ਹੋ ਗਈ। ਤਾਂ ਇੱਦਾਂ ਜਿਹੜਾ ਜਸਟ ਇੱਕ ਵੇ ਜਾਂ ਇੱਕ ਪੈਟਰਨ ਜਿਸ ਦੇ ਵਿੱਚ ਕੰਪਿਊਟਰਸ ਨੂੰ ਅਰੇਂਜ, ਨਾਟ ਓਨਲੀ ਕੰਪਿਊਟਰਸ, ਡਿਵਾਈਸਿਸ ਨੂੰ ਅਰੇਂਜ ਕੀਤਾ ਜਾਂਦਾ ਹੈਗਾ ਨੈਟਵਰਕਿੰਗ ਲਈ, ਉਸਨੂੰ ਅਸੀਂ ਬੋਲਦੇ ਹਾਂ ਟਪੋਲੋਜੀਜ਼। ਤਾਂ ਇਸ ਦੇ ਵਿੱਚ ਅਲੱਗ-ਅਲੱਗ ਟਪੋਲੋਜੀਜ਼ ਅਸੀਂ ਕਿਸੇ ਨੂੰ ਵੀ ਯੂਜ਼ ਕਰਕੇ ਲੈਨ ਨੂੰ ਇੰਪਲੀਮੈਂਟ ਕਰ ਸਕਦੇ ਹਾਂ। ਤਾਂ ਇਸ ਦੀ ਕੁਛ ਐਗਜ਼ਾਮਪਲਸ ਦਿੱਤੀ ਹੋਈ ਕਿ ਕਿਹੜੇ ਤੁਹਾਡੇ ਜਿਹੜੇ ਨੇ ਉਹ ਔਰਗਨਾਈਜੇਸ਼ਨਸ ਦੇ ਥਰੂ ਜਿਹੜਾ ਅਸੀਂ ਇਹ ਕੰਮ ਕਰਦੇ ਹਾਂ। ਦੈਨ ਮੈਨ ਲੈਨ ਦੇ ਵਿੱਚੋਂ ਵੱਡਾ ਗਾ ਸਾਈਜ਼ ਤੋਂ, ਅਤੇ ਇਸ ਦਾ ਜਿਹੜਾ ਸਾਈਜ਼ ਹੈ ਤੁਹਾਡਾ ਇੱਕ ਸਿਟੀ ਤੱਕ ਦਾ ਕਵਰ ਹੋ ਸਕਦਾ। ਇੱਕ ਕਹਿ ਲਓ ਇੱਕ ਸਿਟੀ ਜੇ ਆਪਸ ਦੇ ਵਿੱਚ ਕਨੈਕਟਡ, ਇੱਕ ਮੇਨ ਆਫਿਸ ਕਿਸੇ ਹੋਰ ਸ਼ਹਿਰ ਦੇ ਵਿੱਚ ਕਿਸੇ ਹੋਰ ਆਫਿਸ ਦੇ ਨਾਲ ਕਨੈਕਟਡ ਹੈ, ਤਾਂ ਉਹ ਮੈਨ ਦੀ ਹੀ ਐਗਜ਼ਾਮਪਲ ਹੈ। ਯਾਨੀ ਕਿ ਇਸ ਦੇ ਵਿੱਚ ਜਿਹੜਾ ਏਰੀਆ ਹੈ, ਜੋਗ੍ਰਾਫੀਕਲ ਏਰੀਆ ਦੀ ਜੇਕਰ ਗੱਲ ਕਰੀਏ ਤਾਂ ਲੈਨ ਨਾਲੋਂ ਜ਼ਿਆਦਾ ਹੁੰਦਾ ਗਾ। ਬਟ ਵੈਨ ਦੇ ਨਾਲੋਂ ਇਸ ਦੇ ਵਿੱਚ ਵੀ ਜਿਹੜੀ ਜਗ੍ਹਾ ਕਵਰ ਕੀਤੀ ਜਾਂਦੀ ਹੈ ਉਹ ਘੱਟ ਹੀ ਹੋਊਗੀ। ਕਲੀਅਰ। ਇਸ ਦੀ ਮੇਨ ਕਰੈਕਟਰਿਸਟਿਕਸ ਦੀ ਹੀ ਅਸੀਂ ਗੱਲ ਕਰਦੇ ਹਾਂ ਹੁਣ ਅੱਗੇ। ਤਾਂ ਮੈਨ ਪਹਿਲੀ ਗੱਲ ਤਾਂ ਐਕਸਟੈਂਸ਼ਨ ਹੈ, ਐਕਸਟੈਂਸ਼ਨ ਲੈਨ ਦੀ ਮਤਲਬ ਜਿੰਨੀ ਲੈਨ ਉਸ ਨੂੰ ਥੋੜ੍ਹਾ ਜਿਹਾ ਹੋਰ ਵੱਧਦਾ ਇਸ ਦੇ ਵਿੱਚ। ਠੀਕ ਹੈ। ਇਸ ਦੀ ਬੈਸਟ ਐਗਜ਼ਾਮਪਲ ਕੇਬਲ TV ਨੈਟਵਰਕ, ਜਿਹੜੀ ਕਿ ਇੱਕ ਇੰਟਾਇਰ ਸਿਟੀ ਨੂੰ ਕਵਰ ਕਰ ਰਿਹਾ ਹੁੰਦਾ ਗਾ। ਜਿਹੜੇ ਮੈਨਸ ਨੇ ਮੇਨਲੀ ਉਹ ਔਨਡ ਹੁੰਦੇ ਨੇ ਕਿਸੇ ਲਾਰਜ ਔਰਗਨਾਈਜੇਸ਼ਨ ਦੇ ਦੁਆਰਾ। ਓਬੀਅਸਲੀ ਜੇ ਕੋਈ ਕੇਬਲ ਕੰਪਨੀ ਹੈ ਤਾਂ ਉਹਦੇ ਦੁਆਰਾ ਉਹ
ਹੋਊਗਾ। ਐ ਨਹੀਂ ਹੈ ਸਭ ਦਾ ਕੋਈ ਨਿੱਕੇ ਨਿੱਕਾ ਆਪਦਾ ਕਹੀਏ ਆਪਾਂ ਪਰਸਨਲ ਰੱਖੀ ਬੈਠੇ ਆ ਮੈਂ ਨੈਟਵਰਕ, ਨਹੀਂ, ਕੋਈ ਪ੍ਰੋਪਰ ਇੱਕ ਜਿਹੜੀ ਤੁਹਾਡੀ ਲਾਰਜ ਔਰਗਨਾਈਜੇਸ਼ਨ ਹੋਊਗੀ ਉਹਦੇ ਅੰਡਰ ਹੀ ਜਿਹੜਾ ਮੈਨ ਕੰਮ ਕਰ ਰਿਹਾ ਹੋਊਗਾ। ਇਸ ਦੇ ਵਿੱਚ ਵੀ ਅਸੀਂ ਰਿਸੋਰਸਿਸ ਨੂੰ ਜਾਂ ਦੋ ਤੋਂ ਵੱਧ ਲੈਂਡਸ ਦੇ ਰਿਸੋਰਸਿਸ ਨੂੰ ਵੀ ਆਪਸ 'ਚ ਕਨੈਕਟ ਕਰ ਸਕਦੇ ਹਾਂ। ਜਾਂ ਸਿੰਪਲ ਕਹੀਏ ਲੈਂਡਸ ਦੀ ਕਲੈਕਸ਼ਨ ਹੀ ਕੀ ਅਖਵਾ ਦਿੰਦੀ ਹੈ ਸਾਡੀ ਮੈਨ। ਕਲੀਅਰ। ਐਗਜ਼ਾਮਪਲ ਆਪਾਂ ਲਈ ਸੀ ਟੈਲੀਫੋਨ ਦੀ ਹੋ ਗਈ, ਕੇਬਲ TV ਦੀ ਹੋ ਗਈ, ਤਾਂ ਇਹ ਕਵਰ ਹੁੰਦੇ ਨੇ ਤੁਹਾਡੇ ਮੈਨ ਦੇ ਵਿੱਚ। ਦੈਨ ਨੈਕਸਟ ਆ ਰਿਹਾ ਤੁਹਾਡਾ ਲਾਸਟ ਜਿਹੜੀ ਟਾਈਪ ਹੈ ਉਹ ਹੈਗੀ ਹੈ ਵੈਨ ਵਾਈਡ ਏਰੀਆ ਨੈਟਵਰਕ, ਜਿਸ ਦੇ ਵਿੱਚ ਅਸੀਂ ਪੂਰੇ ਵਰਲਡ ਦੇ ਜੇਕਰ ਡਿਵਾਈਸਿਸ ਦੀ ਗੱਲ ਕਰੀਏ ਜੇ ਉਹ ਆਪਸ 'ਚ ਕਨੈਕਟਡ ਨੇ ਤਾਂ ਉਹ ਖਵਾਊਗਾ ਵੈਨ। ਅੱਛਾ, ਇੱਕ ਆਪਣੀ ਗੱਲ ਰਹਿ ਗਈ ਸੀ ਪਿੱਛੇ ਜੇ, ਮੈਨ ਦੇ ਵਿੱਚ ਅਸੀਂ ਮੀਡੀਅਮ ਕਿਹੜਾ ਯੂਜ਼ ਕਰਾਂਗੇ, ਅਸੀਂ ਵਾਇਰਡ ਜਾਂ ਵਾਇਰਲੈਸ ਕਿਸੇ ਨੂੰ ਵੀ ਯੂਜ਼ ਕਰ ਸਕਦੇ ਹਾਂ। ਅਤੇ ਸੇਮ ਵੈਨ ਮਤਲਬ ਪੂਰੇ ਵਰਲਡ ਦੇ ਜੇ ਡਿਵਾਈਸਿਸ ਨੂੰ ਅਸੀਂ ਕਨੈਕਟ ਕਰਨਾ ਤਾਂ ਅਸੀਂ ਇਹਦੇ ਵਿੱਚ ਵਾਇਰਡ ਵੀ ਅਤੇ ਵਾਇਰਲੈਸ ਵੀ ਦੋਨਾਂ ਨੂੰ ਯੂਜ਼ ਕਰ ਸਕਦੇ ਹਾਂ। ਇਹ ਬਹੁਤ ਵੱਡੇ ਜਿਓਗ੍ਰਾਫੀਕਲ ਏਰੀਆ ਨੂੰ ਠੀਕ ਹੈ ਕਵਰ ਕਰਦਾ, ਅਸੀਂ ਕਹਿ ਸਕਦੇ ਈਵਨ ਹੋਲ ਵਰਲਡ ਤੱਕ ਨੂੰ ਇਹ ਕਵਰ ਕਰ ਰਿਹਾ। ਤਾਂ ਕਾਫੀ ਸਾਰੇ ਲੈਂਡ ਅਤੇ ਮੈਨਸ ਦੀ ਕਲੈਕਸ਼ਨ ਹੀ ਸਾਡੀ ਕੀ ਬਣ ਜਾਂਦੀ ਹੈ ਵੈਨ। ਇਹ ਨਹੀਂ ਹੈ ਕਿ ਜੇ ਸਪੋਜ਼ ਕਰੋ ਇੱਕ ਪਹਿਲਾਂ ਕੋਈ ਆਫਿਸ ਹੈ, ਇਹਦੇ ਕੰਪਿਊਟਰ ਆਪਸ 'ਚ ਕਨੈਕਟਡ ਨੇ ਤਾਂ ਇਹ ਲੈਨ ਹੋ ਗਿਆ, ਮੰਨ ਲਓ ਮੈਂ ਕਹਤਾ ਲੈਨ ਹੈ, ਅਤੇ ਬਾਅਦ ਵਿੱਚ ਵੈਨ ਮੈਂ ਕਹਾਂ ਕਿ ਕੋਈ ਅਲੱਗ ਇਹਦਾ ਹਿੱਸਾ ਨਹੀਂ, ਇਹ ਸਾਰੇ ਹੀ ਇਹਦਾ ਪਾਰਟ ਬਣਨਗੇ। ਦੈਨ ਵੈਨ ਦੇ ਵਿੱਚ ਡਿਸਟੈਂਸ ਬਹੁਤ ਜ਼ਿਆਦਾ ਹੋਊਗਾ ਤਾਂ ਓਬਵੀਅਸ ਦੇਖੋ ਇਸ ਦੀ ਸਪੀਡ 'ਤੇ ਵੀ ਫਰਕ ਪਊਗਾ। ਸਪੀਡ ਤਾਂ ਕਿਉਂਕਿ ਬਹੁਤ ਜ਼ਿਆਦਾ ਜਿਹੜੇ ਨੇ ਆਪਸ ਦੇ ਵਿੱਚ ਕਨੈਕਟਡ ਨੇ ਹੈ ਨਾ, ਤਾਂ ਇਸ ਦੀ ਜਿਹੜੀ ਸਪੀਡ ਹੈ ਉਹ ਜੇਕਰ ਲੈਨ ਦੇ ਕੰਪੈਰੇਟਿਵ ਕਰੀਏ ਤਾਂ ਘੱਟ ਹੋਊਗੀ। ਇਸ ਦੀ ਸਭ ਤੋਂ ਬੈਸਟ ਜੋ ਐਗਜ਼ਾਮਪਲ ਤੁਸੀਂ ਕਹੋਗੇ ਉਹ ਹੈ ਇੰਟਰਨੈਟ। ਇੰਟਰਨੈਟ ਅਸੀਂ ਕਿਸ ਨੂੰ ਕਹਿੰਦੇ ਆ, ਜਦੋਂ ਜਿਹੜੇ ਸਾਰੇ ਡਿਵਾਈਸਿਸ ਨੇ ਉਹ ਆਪਸ ਦੇ ਵਿੱਚ ਇੰਟਰਕਨੈਕਟਡ ਨੇ, ਦੈਟ ਇਜ਼ ਕਾਲਡ ਇੰਟਰਨੈਟ ਜਾਂ ਨੈਟਵਰਕ ਆਫ ਨੈਟਵਰਕਸ ਇਜ਼ ਨੋਨ ਐਜ਼ ਦਾ ਇੰਟਰਨੈਟ। ਤਾਂ ਇੱਥੇ ਗੱਲ ਹੋਰ ਯਾਦ ਰੱਖੀ ਸੀ ਆਪਾਂ ਪਹਿਲਾਂ ਵੀ, ਮੀਡੀਅਮ ਇਸ ਦੇ ਵਿੱਚ ਲਾਈਨਸ ਤੋਂ ਸੈਟੇਲਾਈਟ ਕੁਛ ਵੀ ਹੋ ਸਕਦਾ, ਤੁਸੀਂ ਸੈਟੇਲਾਈਟ ਵੀ ਇਸ ਦੇ ਵਿੱਚ ਈਵਨ ਯੂਜ਼ ਕਰੋਗੇ। ਤਾਂ ਇਸ ਤੋਂ ਬਾਅਦ ਜਿਹੜਾ ਤੁਹਾਡਾ ਚਾਰਟ ਤੁਸੀਂ ਇਹ ਰੀਡ ਕਰੋਗੇ, ਬੇਟਾ ਇਹ ਮੈਂ ਰੀਡ ਨਹੀਂ ਕਰ ਰਹੀ, ਆਪਾਂ ਆਪਣਾ ਟੌਪਿਕ ਅੱਗੇ ਕਵਰ ਕਰ ਰਹੇ ਹਾਂ, ਦੈਟ ਇਜ਼ ਇੰਟਰਨੈਟ। ਹੁਣ ਇੰਟਰਨੈਟ ਬਾਰੇ ਵੀ ਮੈਂ ਤੁਹਾਨੂੰ ਦੱਸਿਆ ਸੀ ਕਿ ਇੰਟਰਨੈਟ ਕੀ ਹੈ, ਕਾਫੀ ਸਾਰੇ ਨੈਟਵਰਕਸ ਦਾ ਆਪਸ ਦੇ ਵਿੱਚ ਕਨੈਕਸ਼ਨ, ਨੈਟਵਰਕ ਆਫ ਨੈਟਵਰਕਸ। ਮੇਰਾ ਇੱਥੇ ਇੱਕ ਨੈਟਵਰਕ ਹੈ, ਇੱਥੇ ਇੱਕ ਨੈਟਵਰਕ ਹੈ, ਇੱਥੇ ਇੱਕ ਨੈਟਵਰਕ ਹੈ। ਜੇ ਇਹ ਸਾਰੇ ਲੌਜੀਕਲੀ ਆਪਸ ਦੇ ਵਿੱਚ ਕਨੈਕਟਡ ਨੇ, ਵਰਡ ਮੈਂ ਯੂਜ਼ ਕਰ ਰਹੀ ਹਾਂ ਲੌਜੀਕਲੀ, ਤਾਂ ਉਹ ਸਾਡਾ ਕੀ ਅਖਵਾਊਗਾ ਇੰਟਰਨੈਟ। ਅਤੇ ਇਸ ਦੇ ਨਾਲ ਹੀ ਇੱਕ ਕਨਸੈਪਟ ਮੈਂ ਵਰਡ ਲੌਜੀਕਲੀ ਯੂਜ਼ ਕੀਤਾ ਨਾ, ਤਾਂ WWW ਵੀ ਆਊਗਾ। ਠੀਕ ਹੈ। ਹੁਣ ਜਿਹੜੇ ਇੰਟਰਨੈਟ ਦਾ ਆਪਾਂ ਸਿੰਪਲ ਕਹਤਾ ਕਿ ਨੈਟਵਰਕ ਸਾਡੇ ਸਾਰੇ ਆਪਸ 'ਚ ਕਨੈਕਟਡ ਨੇ, ਮਤਲਬ ਸਾਰੇ ਡਿਵਾਈਸਿਸ ਦੀ ਗੱਲ ਕੀਤੀ ਅਸੀਂ ਇੱਥੇ ਕਿ ਉਹ ਡਿਵਾਈਸ ਕਿਸੇ ਨਾ ਕਿਸੇ ਤਰੀਕੇ ਨਾਲ ਆਪਸ 'ਚ ਕਨੈਕਟਡ ਨੇ। ਕਲੀਅਰ। ਅਤੇ ਜੇਕਰ ਵਰਡ ਮੈਂ ਲੌਜੀਕਲ ਯੂਜ਼ ਕਰ ਰਹੀ ਹੈਗੀ, ਇਹਦਾ ਮਤਲਬ WWW ਵਰਲਡ ਵਾਈਡ ਵੈਬ, ਉਹ ਵੈਬ ਕੀ ਹੈ ਤਾਂ ਇੰਟਰਨੈਟ ਹੀ, ਉੱਥੇ ਅਸੀਂ ਵਰਡ ਉਹਦੇ ਲਈ ਜਿਹੜਾ ਯੂਜ਼ ਕਰ ਲੈਂਦੇ ਉਹ WWW ਬੋਲ ਦਿੰਦੇ ਹਾਂ, ਅਦਰਵਾਈਜ਼ ਅਸੀਂ ਉਸਨੂੰ ਬੋਲ ਦਿੰਦੇ ਹਾਂ ਇੰਟਰਨੈਟ। ਤਾਂ ਹੁਣ ਆਪਣਾ ਮੇਨ ਇਹ ਸਾਰਾ, ਤਾਂ ਮੈਂ ਥਿਊਰੀ ਨਹੀਂ ਰੀਡ ਕਰੂੰਗੀ, ਤੁਸੀਂ ਜਿੱਥੋਂ ਚਾਹੋ ਇਸ ਦੇ ਬਾਰੇ ਜੋ ਚਾਹੋ ਲਿਖ ਸਕਦੇ ਹੋ ਕਿ ਇੰਟਰਨੈਟ ਬਹੁਤ ਵੱਡੇ ਨੈਟਵਰਕਸ ਦੇ ਕਨੈਕਸ਼ਨ ਨੂੰ ਅਸੀਂ ਇੰਟਰਨੈਟ ਕਹਿੰਦੇ ਹਾਂ, ਜੋ ਕਿ ਜੋਗ੍ਰਾਫੀਕਲ ਜੇਕਰ ਅਸੀਂ ਗੱਲ ਕਰੀਏ ਹੈ ਨਾ, ਤਾਂ ਸਾਡੇ ਪੂਰੇ ਵਰਲਡ ਨੂੰ ਕਵਰ ਕਰਦਾ। ਇਸ ਦੇ ਵਿੱਚ ਕੋਈ ਵੀ ਕੋਆਪਰੇਟ ਕੰਪਨੀਜ਼, ਇੰਡੀਵਿਜੂਅਲ, ਪ੍ਰੋਫੈਸ਼ਨਲ, ਚਿਲਡਰਨ, ਗੌਰਮੈਂਟ, ਹਰ ਕਿਸੇ ਵੀ ਇੰਸਟੀਟਿਊਟ ਦੇ ਡਿਵਾਈਸਿਸ ਜੇ ਆਪਸ 'ਚ ਕਨੈਕਟਡ, ਤਾਂ ਸਭ ਕੁਛ ਕਿਸ ਦੇ ਅੰਡਰ ਆਊਗਾ, ਤੁਹਾਡੇ ਇੰਟਰਨੈਟ ਦੇ ਅੰਡਰ ਹੀ ਆ ਰਿਹਾ ਹੈਗਾ। ਤਾਂ ਇਸ ਦੇ ਲਈ ਤੁਹਾਨੂੰ ਲੋੜ ਕਿਹੜੀ ਪੈਂਦੀ ਹੈ? ਅੱਛਾ, ਪਹਿਲਾਂ ਦੇ ਕੰਮ ਇਹ ਸਭ ਨੂੰ ਤੁਹਾਨੂੰ ਪਤਾ ਗਾ ਕਿ ਐਜੂਕੇਸ਼ਨ ਲਈ, ਟ੍ਰੇਡ ਲਈ, ਸੋਸ਼ਲਾਈਜ਼ ਹੋਣ ਲਈ, ਇੰਟਰਟੇਨਮੈਂਟ ਲਈ, ਤਾਂ ਅਸੀਂ ਇਹਨਾਂ ਸਭ ਦੇ ਲਈ ਯੂਜ਼ ਕਰਦੇ ਹਾਂ ਇੰਟਰਨੈਟ ਨੂੰ। ਤਾਂ ਮੇਨ ਇੰਟਰਨੈਟ ਜੇਕਰ ਤੁਸੀਂ ਚਲਾਉਣਾ ਤਾਂ ਤੁਹਾਡੇ ਕੋਲ ਕੀ ਹੋਣਾ ਚਾਹੀਦਾ? ਫਸਟ ਤੁਹਾਡੇ ਕੋਲ ਕੰਪਿਊਟਰ ਹੋਵੇ ਜਾਂ ਕੋਈ ਡਿਵਾਈਸ ਜਿਸ ਦੇ ਥਰੂ ਤੁਸੀਂ ਇੰਟਰਨੈਟ ਐਕਸੈਸ ਕਰੋਗੇ, ਤੁਹਾਡੇ ਕੋਲ ਉਹ ਕੋਈ ਡਿਵਾਈਸ ਹੋਣਾ ਚਾਹੀਦਾ। ਕਲੀਅਰ। ਅਤੇ ਤੁਹਾਡੇ ਕੋਲ ਇੰਟਰਨੈਟ ਸਰਵਿਸ ਪ੍ਰੋਵਾਈਡਰ ਹੋਣਾ ਚਾਹੀਦਾ, ਯਾਨੀ ਕਿ ਆਪਾਂ ਨਹੀਂ ਕਹਿੰਦੇ ਕਿ ਕਿਹੜੀ ਕੰਪਨੀ ਦਾ ਆਪਾਂ ਇੰਟਰਨੈਟ ਕਨੈਕਸ਼ਨ ਲਿਆ ਹੋਇਆ, ਤਾਂ ਉਹ ਕੰਪਨੀ ਹੀ ਸਾਡੀ ਕੀ ਹੈ ਇੰਟਰਨੈਟ ਸਰਵਿਸ ਪ੍ਰੋਵਾਈਡਰ, ਜੋ ਕਿ ਤੁਹਾਨੂੰ ਇੰਟਰਨੈਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰੂਗੀ। ਉਹ ਡਾਇਲ ਅਪ ਸਰਵਿਸ ਹੋਵੇ, ਉਹ ਬਰੋਡਬੈਂਡ ਹੋਵੇ, ਕਿਸੇ ਵੀ ਮੈਥਡ ਨੂੰ। ਠੀਕ ਹੈ। ਆਪਾਂ ਨਹੀਂ ਕਹਿੰਦੇ ਕਿ ਅਸੀਂ ਕਨੈਕਸ਼ਨ ਲਿਆ ਹੋਇਆ ਹੈਗਾ ਇੰਟਰਨੈਟ ਦਾ, ਤਾਂ ਇੰਟਰਨੈਟ ਦਾ ਕਨੈਕਸ਼ਨ ਸਾਡਾ ਕਿਉਂ ਹੈ? ਅਸੀਂ ਇੰਟਰਨੈਟ ਸਰਵਿਸ ਪ੍ਰੋਵਾਈਡਰ ਤੋਂ ਲੈਂਦੇ ਹਾਂ। ਓਕੇ। ਫਾਇਦੇ ਤੁਸੀਂ ਇਸ ਦੇ ਬਹੁਤ ਸਾਰੇ ਕਰ ਸਕਦੇ ਹੋ, ਤਾਂ ਉਹ ਨਹੀਂ ਮੈਂ ਤੁਹਾਨੂੰ ਕਰਵਾ ਰਹੀ ਕਿਉਂ ਅਸੀਂ ਯੂਜ਼ ਕਰਦੇ ਹਾਂ ਇੰਟਰਨੈਟ ਨੂੰ, ਕਿਉਂਕਿ ਸੇਮ ਨੇ ਜੋ ਨੈਟਵਰਕ ਦੇ ਮੈਰਿਟਸ ਨੇ ਜਾਂ ਫਾਇਦੇ ਨੇ, ਉਹ ਤੁਹਾਡੇ ਇੰਟਰਨੈਟ ਦੇ ਵੀ ਐਡਵਾਂਟੇਜ ਹੈਗੇ ਨੇ। ਐਵੋਲਿਊਸ਼ਨ ਆਫ ਦਾ ਇੰਟਰਨੈਟ ਜਿਹੜੀ ਟਰਮ ਹੈ ਇਹ ਕਿੱਥੋਂ ਸ਼ੁਰੂ ਹੋਈ? ਤਾਂ ਇਹਦੇ ਲਈ ਸ਼ੁਰੂ ਤੋਂ ਤੁਹਾਨੂੰ ਪੜ੍ਹਾਇਆ ਗਿਆ ਹੋਊਗਾ CN ਦੇ ਵਿੱਚ ਕਿ ਜਿਹੜਾ ਇੰਟਰਨੈਟ ਹੈ ਨਾ ਟੌਪਿਕ, ਇਹ ਐਕਚੁਅਲ ਦੇ ਵਿੱਚ US ਦੀ ਇੱਕ ਕਹਿ ਲਓ ਡਿਫੈਂਸ ਡਿਪਾਰਟਮੈਂਟ ਨੇ ਸ਼ੁਰੂ ਕੀਤਾ ਸੀ।
ਠੀਕ ਹੈ। ਡਿਪਾਰਟਮੈਂਟ ਆਫ USA ਡਿਫੈਂਸ 1970s ਦੇ ਵਿੱਚ ਉਹਨਾਂ ਨੇ ਇੱਕ ਐਡਵਾਂਸਡ ਰਿਸਰਚ ਪ੍ਰੋਜੈਕਟ ਏਜੰਸੀ ਨੇ ਡਿਵੈਲਪ ਕੀਤਾ ਸੀ ਇਹ ਕਨਸੈਪਟ, ਕਿਉਂਕਿ ਉਦੋਂ ਨੂੰ ਲੋੜ ਸੀ ਯੂਐਸ ਨੂੰ ਆਪਣੀ ਡਿਫੈਂਸ ਲਈ ਲੋੜ ਸੀ ਕਿ ਜਦੋਂ ਉਹਨਾਂ ਨੇ ਆਪਣੀ ਕੋਈ ਡਿਟੇਲ ਜਿਹੜੀ ਹੈਗੀ ਆਪਦੀ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਇੱਕ ਜਗ੍ਹਾ ਤੋਂ ਆਪਦੇ ਕਿਸੇ ਦੂਸਰੇ ਸਟੇਸ਼ਨ ਨਾਲ ਸ਼ੇਅਰ ਕਰਨੀ ਹੁੰਦੀ ਸੀ, ਤਾਂ ਉਹਨਾਂ ਨੂੰ ਇਸ ਚੀਜ਼ ਦੀ ਲੋੜ ਮਹਿਸੂਸ ਹੋਈ ਕਿ ਅਸੀਂ ਇਹ ਚੀਜ਼ ਮੈਂ ਕੰਮ ਕਰ ਸਕੀ ਕਿ ਅਸੀਂ ਮੈਸੇਜ ਭੇਜੀਏ ਜਾਂ ਸਾਡਾ ਕੋਈ ਜਿਹੜਾ ਡਾਟਾ ਇੱਕ ਦੂਜੇ ਨਾਲ ਸ਼ੇਅਰ ਹੋ ਜੇ। ਬਟ ਸ਼ੁਰੂ ਦੇ ਵਿੱਚ ਇਹ ਚੀਜ਼ ਆਮ ਬੰਦੇ ਲਈ ਨਹੀਂ ਸੀਗੀ, ਮਤਲਬ ਇਹ ਕਮਰਸ਼ੀਅਲ ਨਹੀਂ ਸੀ। ਕਮਰਸ਼ੀਅਲ ਸਮਝਦੇ ਹੋ ਨਾ, ਜਦੋਂ ਆਪਾਂ ਚੀਜ਼ ਵੇਚ ਗਏ, ਠੀਕ ਹੈ, ਤਾਂ ਸਿਰਫ ਮਿਲਟਰੀ ਦੇ ਕੰਮਾਂ ਤੱਕ ਹੀ ਇਹ ਸੀਮਤ ਸੀ। ਉਸ ਤੋਂ ਬਾਅਦ ਹੌਲੀ ਹੌਲੀ ਹੁੰਦਾ ਜਿਹੜਾ ਇਹ ਟੌਪਿਕ ਜਿਹੜਾ ਹੈ ਐਕਸਟੈਂਡ ਹੁੰਦਾ ਗਿਆ ਅਤੇ ਉਸ ਤੋਂ ਬਾਅਦ ਇਸ ਨੂੰ ਕਮਰਸ਼ੀਅਲਾਈਜ਼ ਕਰ ਦਿੱਤਾ ਗਿਆ ਅਤੇ ਲੋਕਾਂ ਨੂੰ, ਆਮ ਲੋਕਾਂ ਨੂੰ ਵੀ ਜਿਹੜਾ ਹੈ ਇਹਦੇ ਕਨੈਕਸ਼ਨ ਬਾਅਦ ਦੇ ਵਿੱਚ ਪ੍ਰੋਵਾਈਡ ਕੀਤੇ ਗਏ। ਤਾਂ ਇਹੀ ਮੇਨ ਹੈਗਾ ਤੁਹਾਡੇ ARPANET ਕਹਿ ਲਓ, ਠੀਕ ਹੈ, ਜਾਂ ਇੰਟਰਨੈਟ ਦੀ ਇਵੈਲੂਏਸ਼ਨ ਦੇ ਮੇਨ ਕਨਸੈਪਟਸ ਜੋ ਤੁਸੀਂ ਕਵਰ ਕਰੋਗੇ। ਤਾਂ ਓਬਵੀਅਸ ਸਾਨੂੰ ARPANET ਦੇ ਵੀ ਕੀ ਓਬਜੈਕਟਿਵ ਸੀ, ਕਿਉਂ ਉਹਨਾਂ ਨੇ ਜਦੋਂ ਆਪਣਾ ਨੈਟਵਰਕ ਕੀਤਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ, ਉਹਨਾਂ ਨੇ ਕੀ ਸੋਚ ਕੇ ਕੀਤਾ ਸੀ, ਤਾਂ ਕਿ ਜਿਹੜਾ ਹੈਗਾ ਤੁਹਾਡਾ ਜਿਹੜਾ ਨੈਟਵਰਕ ਉਹ ਕੰਮ ਕਰਦਾ ਰਹੇ। ਜੇ ਤੁਹਾਡਾ ਕੋਈ ਇੱਕ ਜਾਂ ਇੱਕ ਤੋਂ ਵੱਧ ਕੋਈ ਕੰਪਿਊਟਰ ਫੇਲ ਹੋ ਵੀ ਗਏ ਨੇ ਇਨ ਕੇਸ, ਤਾਂ ਵੀ ਤੁਸੀਂ ਕਨੈਕਸ਼ਨ ਇੱਕ ਦੂਜੇ ਨਾਲ ਤੁਹਾਡਾ ਬਣਿਆ ਰਹੇ। ਤੁਸੀਂ ਡਿਫਰੈਂਟ ਹਾਰਡਵੇਅਰ ਅਤੇ ਡਿਫਰੈਂਟ ਸੋਫਟਵੇਅਰਸ ਨੂੰ ਅਲੱਗ-ਅਲੱਗ ਜਗ੍ਹਾ ਤੋਂ ਰੀਯੂਜ਼ ਜਾਂ ਯੂਜ਼ ਕਰ ਸਕੋ। ਨੈਕਸਟ, ਜੇਕਰ ਤੁਹਾਡੇ ਕੋਲ ਟ੍ਰੈਫਿਕ ਦੀ ਪ੍ਰੋਬਲਮ ਆ ਰਹੀ ਹੈ, ਠੀਕ ਹੈ, ਤਾਂ ਤੁਸੀਂ ਟ੍ਰੈਫਿਕ ਨੂੰ ਰੀਡਾਇਰੈਕਟ ਕਰ ਸਕੋ। ਰੀਡਾਇਰੈਕਟ ਹੁੰਦਾ ਕਿ ਸਪੋਜ਼ ਕਰੋ ਇਹ ਮੇਰਾ ਮੇਨ ਕੋਈ ਸਰਵਰ ਹੈ, ਠੀਕ ਹੈ, ਵੈਸੇ ਮੇਰਾ ਇਹ ਸਰਵਰ ਕੰਮ ਕਰ ਰਿਹਾ ਸਾਰਾ, ਬਟ ਜਦੋਂ ਉਸ 'ਤੇ ਲੋਡ ਬਹੁਤ ਜ਼ਿਆਦਾ ਪੈ ਗਿਆ, ਕੰਮ ਨਹੀਂ ਕਰਨ ਦੇ ਯੋਗ ਲੱਗ ਰਿਹਾ ਸਾਨੂੰ, ਠੀਕ ਹੈ, ਉਸ ਤੋਂ ਇੰਨੀਆਂ ਰਿਕੁਐਸਟ ਹੈਂਡਲ ਨਹੀਂ ਹੋ ਰਹੀਆਂ, ਤਾਂ ਅਸੀਂ ਕੁਛ ਟ੍ਰੈਫਿਕ ਨੂੰ ਇੱਧਰ ਨੂੰ ਸ਼ਿਫਟ ਕਰ ਦਿੰਦੇ ਹਾਂ। ਤਾਂ ਹੋ ਗਿਆ ਨਾ, ਟ੍ਰੈਫਿਕ ਦੋਨਾਂ ਨੇ ਹੈਂਡਲ ਕਰ ਲਿਆ, ਦੋਨਾਂ ਨੇ ਵੰਡ ਲਿਆ ਜਿਹੜਾ ਲੋਡ ਸੀ, ਤਾਂ ਟ੍ਰੈਫਿਕ ਰੀਡਾਇਰੈਕਟ ਹੀ ਹੁੰਦਾ ਗਾ। ਇਸ ਤੋਂ ਬਿਨਾਂ ਗੱਲ ਕਰੀਏ ਤਾਂ ਕੰਪਿਊਟਰ ਨੈਟਵਰਕ ਸ਼ੁੱਡ ਬੀ ਨੈਟਵਰਕ ਆਫ ਨੈਟਵਰਕਸ ਰਾਦਰ ਦੈਨ ਨੈਟਵਰਕ ਆਫ ਕੰਪਿਊਟਰ। ਤਾਂ ਓਬਵੀਅਸ ਹੈ, ਬਹੁਤ ਵਾਰ ਮੈਂ ਬੋਲਿਆ ਕਿ ਇੰਟਰਨੈਟ ਜਿਹੜਾ ਮੇਨ ਉਹ ਇਹ ਨਹੀਂ ਹੈਗਾ ਕਿ ਇੱਕ ਛੋਟਾ ਜਿਹਾ ਨੈਟਵਰਕ ਹੈ, ਠੀਕ ਹੈ, ਇਸ ਨੂੰ ਕਹਤਾ ਨੈਟਵਰਕ, ਸੌਰੀ ਇੰਟਰਨੈਟ। ਤਾਂ ਇਹ ਇੱਕ ਕੰਪਿਊਟਰ ਦਾ ਇੱਕ ਕੰਪਿਊਟਰ ਨਾਲ ਕਨੈਕਸ਼ਨ ਹੋਣ ਨੂੰ ਨਹੀਂ ਅਸੀਂ ਕਹਿ ਰਹੇ ਇੰਟਰਨੈਟ, ਪੂਰੇ ਨੈਟਵਰਕ ਦਾ ਨੈਟਵਰਕ ਨਾਲ ਕਨੈਕਸ਼ਨ ਹੋਣ ਨੂੰ ਹੀ ਅਸੀਂ ਕਹਿ ਰਹੇ ਹਾਂਗੇ ਇੰਟਰਨੈਟ। ਕਲੀਅਰ? ਤਾਂ ਫਿਰ ਜਿਹੜੀ ਹੌਲੀ ਹੌਲੀ ਇਹ ਜਿਹੜੀ ਚੀਜ਼ ਸੀਗੀ ਇਹ ਕਮਰਸ਼ੀਅਲ ਹੋਣੀ ਸ਼ੁਰੂ ਹੋਈ, ਆਮ ਲੋਕਾਂ ਦੇ ਲਈ ਯੂਜ਼ ਹੋਣੀ ਸ਼ੁਰੂ ਹੋਈ। ਤਾਂ ਇਹ ਸੀ ਸਾਡੀ ਹਿਸਟਰੀ ਤੁਹਾਡੇ ਇੰਟਰਨੈਟ ਦੀ। ਅਤੇ ਇੰਟਰਨੈਟ ਤੋਂ ਹੀ ਫਿਰ ਇੱਕ ਟਰਮ ਨਿਕਲ ਕੇ ਆਈ ਤੁਹਾਡੀ WWW, ਦੈਟ ਇਜ਼ ਵਰਲਡ ਵਾਈਡ ਵੈਬ, ਕਿ ਇੱਕ ਤਰ੍ਹਾਂ ਦਾ ਪੂਰੇ ਸੰਸਾਰ ਦਾ ਆਪਸ 'ਚ ਜਾਲ ਬਣਿਆ ਹੋਇਆ, ਕੋਈ ਕਿਸੇ ਨਾਲ ਕਨੈਕਟਡ ਹੈ, ਕੋਈ ਕਿੱਦਾਂ ਕੰਪਿਊਟਰਸ ਜਾਂ ਡਿਵਾਈਸਿਸ, ਤਾਂ ਉਹ ਤੁਹਾਡਾ WWW ਹੀ ਅਖਵਾਉਂਦਾ। ਨੈਕਸਟ ਅਸੀਂ ਕਵਰ ਕਰਾਂਗੇ ਇੰਟਰਨੈਟ ਐਪਲੀਕੇਸ਼ਨਸ, ਬਟ ਨੈਕਸਟ ਵੀਡੀਓ ਦੇ ਵਿੱਚ।